ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੌਰਮੈਂਟ ਜੋਬ ਅਲਰਟ ਤੇ ਤੁਹਾਡਾ ਸਵਾਗਤ ਹੈ। PSSS ਬੋਰਡ ਦੇ ਜਿਹੜੇ ਇਨਵਾਇਰਨਮੈਂਟ ਦਾ ਸਿਲੇਬਸ ਹੈ ਉਸ ਦੀ ਕਲਾਸਾਂ ਇੱਥੇ ਲਗਾਤਾਰ ਚੱਲ ਰਹੀਆਂ ਨੇ ਤੇ ਇਹ ਤੁਹਾਡਾ ਪਾਰਟ 2 ਹੈ। ਪਾਰਟ 1 ਦੇ ਵਿੱਚ ਅਸੀਂ 3 ਚੀਜ਼ਾਂ ਵੇਖ ਕੇ ਆਏ ਹਾਂ। ਪਾਰਟ 1 ਦੇ ਵਿੱਚ ਅਸੀਂ ਵੇਖਿਆ ਸੀਗਾ ਬਾਇਓਸਫੀਅਰ, ਈਕੋਸਿਸਟਮ ਈਕੋਸਿਸਟਮ ਕਿਹਨੂੰ ਕਹਿੰਦੇ ਆਪਾਂ, ਤੇ ਉਸ ਤੋਂ ਬਾਅਦ ਆਇਆ ਸੀ ਤੁਹਾਡਾ ਇਕੋਲੋਜੀ ਕਿਹਨੂੰ ਕਹਿੰਦੇ, ਠੀਕ ਹੈ ਜੀ। ਤੇ ਇਸ ਤੋਂ ਸਾਨੂੰ ਪਤਾ ਲੱਗ ਗਿਆ ਸੀਗਾ ਲਿਵਿੰਗ ਤੇ ਨੋਨ ਲਿਵਿੰਗ ਦੇ ਬਾਰੇ। ਅਸੀਂ ਆਰਗੈਨਿਜ਼ਮ ਦੇ ਬਾਰੇ ਪੜ੍ਹ ਕੇ ਆਏ ਸੀ, ਪੋਪੂਲੇਸ਼ਨ ਬਾਰੇ ਪਤਾ ਕੀਤਾ ਸੀ, ਕਮਿਊਨਿਟੀ ਕਿੱਦਾਂ ਬਣਦੀ ਹੈ, ਉਹ ਸਾਰਾ ਆਪਾਂ ਪਿਛਲੇ ਲੈਕਚਰ 'ਚ ਵੇਖ ਚੁੱਕੇ ਹਾਂ। ਪਲੀਜ਼ ਜਿਹਨੇ ਨਹੀਂ ਵੇਖਿਆ ਪਹਿਲਾਂ ਉਹ ਵੇਖੋ, ਕਿਉਂਕਿ ਹਰ ਚੀਜ਼ ਇੱਕ ਦੂਜੇ ਨਾਲ ਕਨੈਕਟ ਹੁੰਦੀ ਹੈ। ਤਾਂ ਹੁਣ ਆਪਾਂ ਜਿਹੜਾ ਈਕੋਸਿਸਟਮ ਪਹਿਲੇ ਡਿਫਾਈਨ ਕੀਤਾ ਸੀਗਾ ਉਸ ਦੀ ਅੱਗੇ ਟਾਈਪ ਪੜ੍ਹ ਰਹੇ ਹਾਂ ਵੀ ਉਹ ਈਕੋਸਿਸਟਮ ਕਿਸ ਤਰ੍ਹਾਂ ਦਾ ਹੁੰਦਾ ਪਾਰਟ 2 ਦੇ ਵਿੱਚ, ਠੀਕ ਹੈ ਜੀ। ਆਈ ਹੋਪ ਕਿ ਤੁਸੀਂ ਉਹ ਵੀ ਲੈਕਚਰ ਵੇਖ ਕੇ ਆਏ ਹੋ। ਤਾਂ ਫਿਰ ਆਪਾਂ ਹੁਣ ਇੱਥੋਂ ਸਟਾਰਟ ਕਰਦੇ ਪਏ ਹਾਂ, ਠੀਕ ਹੈ ਜੀ। ਹੁਣ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੀ ਆਪਣੇ ਫਰੈਂਡਸ ਦੇ ਨਾਲ। ਤੇ ਈਕੋਸਿਸਟਮ ਦੇ ਬਾਰੇ ਵੇਖੋ ਜੀ। ਈਕੋਸਿਸਟਮ ਕੀ ਚੀਜ਼ ਹੈ? ਦੇਖੋ, ਈਕੋਸਿਸਟਮ ਮੈਂ ਤੁਹਾਨੂੰ ਦੱਸਿਆ ਸੀਗਾ ਲਿਵਿੰਗ ਤੇ ਨੋਨ ਲਿਵਿੰਗ। ਲਿਵਿੰਗ ਤੇ ਫਿਜ਼ੀਕਲ ਇਨਵਾਇਰਨਮੈਂਟ, ਮਤਲਬ ਫਿਜ਼ੀਕਲ ਜਿਹੜਾ ਧਰਤੀ ਜਿਹੜੀ ਹੈ ਜਿਹਦੇ ਉੱਪਰ ਜੀਵ ਰਹਿ ਰਹੇ ਨੇ ਇਹਨਾਂ ਦੇ ਬਾਰੇ, ਇਹਨੂੰ ਆਪਾਂ ਈਕੋਸਿਸਟਮ ਕਹਿੰਦੇ ਹਾਂ, ਠੀਕ ਹੈ ਜੀ। ਈਕੋਸਿਸਟਮ ਆਪਾਂ ਪੜ੍ਹਿਆ ਸੀ ਕਿ ਕਿੰਨਾ ਹੁੰਦਾ, ਮੈਂਗਰੂਵ ਟਾਈਪ ਦਾ ਹੁੰਦਾ, ਟਰੋਪੀਕਲ ਹੁੰਦਾ, ਡੈਜ਼ਰਟ ਵਾਲਾ ਹੁੰਦਾ, ਠੀਕ ਹੈ। ਇਹ ਸਾਰਾ ਮੈਂ ਤੁਹਾਨੂੰ ਦੱਸਿਆ ਸੀਗਾ ਉਹਦੇ ਵਿੱਚ। ਤਾਂ ਹੁਣ ਇਹ ਈਕੋਸਿਸਟਮ ਹੈ ਨਾ, ਇਹਨੂੰ ਆਪਾਂ ਬਰੋਡਲੀ ਦੋ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ। ਫੈਕਟਰ ਦੇ ਆਧਾਰ 'ਤੇ, ਫੈਕਟਰ ਦੇ ਆਧਾਰ 'ਤੇ ਮਤਲਬ ਬਾਇਓਟਿਕ ਦਾ ਮਤਲਬ ਬਾਇਓ ਜਿੱਥੇ ਵਰਡ ਲੱਗਿਆ ਨਾ ਉਹਦਾ ਮਤਲਬ ਹੁੰਦਾ ਜੀਵ। ਬਾਇਓਟਿਕ ਫੈਕਟਰ ਕਿਹੜੇ ਫੈਕਟਰ ਜਿਹੜੇ ਜੀਵ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇਫੈਕਟ ਕਰਦੇ ਨੇ, ਅਤੇ ਕਿਹੜੇ ਅਬਾਇਓਟਿਕ ਫੈਕਟਰ ਹੈ ਕਿਹੜੇ ਆ ਜਿਹੜੇ ਈਕੋਸਿਸਟਮ ਨੂੰ ਇਫੈਕਟ ਕਰਦੇ ਨੇ। ਦੋ ਤਰ੍ਹਾਂ ਦੇ ਨੇ, ਠੀਕ ਹੈ। ਬਾਇਓਟਿਕ ਫੈਕਟਰ ਕਿਹੜੇ ਨੇ ਆਪਾਂ ਇਹਦੇ ਬਾਰੇ ਵੇਖਦੇ ਹਾਂ। ਚਲੋ ਇਸ ਸਲਾਈਡ ਦੇ ਵਿੱਚ ਅਬਾਇਓਟਿਕ ਫੈਕਟਰ ਦੇ ਬਾਰੇ ਦੱਸਿਆ। ਦੇਖੋ, ਧਰਤੀ ਦੇ ਉੱਪਰ ਏਅਰ ਜਿਹਦੇ ਵਿੱਚ ਕੋਈ ਜਾਨ ਨਹੀਂ ਹੈ, ਉਹ ਸਾਡੇ ਕਿਹੜੇ ਫੈਕਟਰ ਨੇ? ਅਬਾਇਓਟਿਕ, ਠੀਕ ਹੈ। ਅਬਾਇਓਟਿਕ ਦਾ ਮਤਲਬ ਹੈ ਉਹ ਨਿਰਜੀਵ ਨੇ, ਠੀਕ ਹੈ। ਦੇਖੋ, ਏਅਰ ਹੋ ਗਈ, ਸੈਲੀਨਿਟੀ ਮਤਲਬ ਨਮਕ ਜਿਹੜਾ, ਸੋਇਲ ਹੋ ਗਿਆ, ਟੈਂਪਰੇਚਰ ਹੋ ਗਿਆ, ਲਾਈਟ ਹੋ ਗਈ, ਵਾਟਰ ਹੋ ਗਿਆ, ਮਿਨਰਲਸ ਹੋ ਗਏ, ਠੀਕ ਹੈ, ਹਿਊਮਿਡਿਟੀ ਹੋ ਗਈ। ਜਿਵੇਂ ਨੋਨ ਲਿਵਿੰਗ ਥਿੰਗਸ ਪ੍ਰੈਜੈਂਟ ਇਨ ਦੀ ਇਨਵਾਇਰਨਮੈਂਟ। ਦੇਖੋ, ਨੋਨ ਲਿਵਿੰਗ ਥਿੰਗਸ ਨੋਨ ਲਿਵਿੰਗ ਥਿੰਗਸ ਕਿਹੜੇ ਨੇ? ਜਿਹੜੇ ਨਿਰਜੀਵ ਜਿਹੜੇ ਚੀਜ਼ ਨੇ ਉਹ ਧਰਤੀ ਦੇ ਉੱਪਰ ਐਗਜ਼ਿਸਟ ਕਰਦੇ ਪਏ ਨੇ, ਉਸ ਨੂੰ ਆਪਾਂ ਅਬਾਇਓਟਿਕ ਐਲੀਮੈਂਟ ਕਹਿੰਦੇ ਹਾਂ, ਤੱਤਵ ਕਹਿੰਦੇ ਹਾਂ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਜਿਵੇਂ ਟੈਂਪਰੇਚਰ, ਸਿੰਪਲ ਜੀ ਕਹਾਣੀ ਹੈ ਕਿ ਜਿਹੜੇ ਜੀਵ ਨਿਰਜੀਵ ਨੇ, ਹਵਾ ਪਾਣੀ ਧਰਤੀ ਦੇ ਉੱਪਰ, ਉਹਨਾਂ ਨੂੰ ਆਪਾਂ ਅਬਾਇਓਟਿਕ ਫੈਕਟਰ ਕਹਿ ਦਿੰਦੇ ਹਾਂ, ਠੀਕ ਹੈ ਜੀ। ਇਹ ਸਿੰਪਲ ਜਿਹਾ ਤੁਹਾਨੂੰ ਇਹ ਯਾਦ ਰੱਖਣਾ ਵੀ ਅਬਾਇਓਟਿਕ ਦਾ ਯਾਦ ਹੋਣਾ ਚਾਹੀਦਾ। ਸਾਡੇ ਆਲੇ ਦੁਆਲੇ ਦੇ ਜਿਹੜੇ ਨਿਰਜੀਵ ਚੀਜ਼ਾਂ ਪਈਆਂ ਨੇ ਜਿਨ੍ਹਾਂ ਦੇ ਹਲਚਲ ਨਹੀਂ ਹੈਗੀ, ਉਹਨੂੰ ਆਪਾਂ ਅਬਾਇਓਟਿਕ ਫੈਕਟਰ ਕਹਿ ਦਿੰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਬਾਇਓਟਿਕ ਵੇਖਦੇ ਹਾਂ। ਬਾਇਓਟਿਕ ਦੇ ਵਿੱਚ ਦੇਖੋ, ਜਿਵੇਂ ਤੁਸੀਂ ਬਾਇਓਲੋਜੀ ਅਗਰ ਤੁਸੀਂ ਪੜ੍ਹੀ ਹੈ ਨਾ, ਤੁਸੀਂ ਬੈਕਟੀਰੀਆ ਦੇ ਬਾਰੇ ਸੁਣਿਆ, ਪਲਾਂਟ ਦੇ ਬਾਰੇ ਸੁਣਿਆ, ਆਰਕਾਈਵਸ ਦੇ ਬਾਰੇ ਸੁਣਿਆ, ਐਨੀਮਲਸ, ਪ੍ਰੋਟਿਸਟਾ ਅਤੇ ਫੰਗਾਈ, ਉਹਦੇ ਬਾਰੇ, ਐਲਗੀ ਦੇ ਬਾਰੇ ਸੁਣਿਆ। ਇਹ ਸਾਰੇ ਜੀਵ ਨੇ ਜਿਹੜੇ ਸਾਡੀ ਲਾਈਫ ਨੂੰ ਕਿਤੇ ਨਾ ਕਿਤੇ, ਜਿਵੇਂ ਵਾਇਰਸ ਹੋ ਗਿਆ, ਇਹ ਸਾਰੀਆਂ ਚੀਜ਼ਾਂ ਸਾਡੀ ਲਾਈਫ ਨੂੰ ਇਫੈਕਟ ਕਰਦੀਆਂ ਨੇ। ਤਾਂ ਲਿਵਿੰਗ ਆਰਗੈਨਿਜ਼ਮ ਲਿਵ ਇਨ ਇਨਵਾਇਰਨਮੈਂਟ, ਅਤੇ ਜਿਹੜੇ ਜੀਵ ਇਨਵਾਇਰਨਮੈਂਟ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਜਾਨ ਹੈਗੀ ਹੈ, ਉਸ ਨੂੰ ਆਪਾਂ ਬਾਇਓਟਿਕ ਫੈਕਟਰ ਕਹਿ ਦਿੰਦੇ ਹਾਂ, ਠੀਕ ਹੈ। ਬਾਇਓਟਿਕ ਫੈਕਟਰ ਐਨੀਮਲ ਹੋ ਗਏ, ਪਲਾਂਟ ਹੋ ਗਏ, ਜਿਨ੍ਹਾਂ ਦੇ ਵਿੱਚ ਜਾਨ ਹੈਗੀ ਆ, ਉਹ ਬਾਇਓਟਿਕ ਫੈਕਟਰ ਨੇ। ਬਾਇਓਟਿਕ ਤਾਂ ਹੀ ਵਰਡ ਦੇ ਅੱਗੇ ਲੱਗਿਆ ਹੋਇਆ, ਠੀਕ ਹੈ। ਤਾਂ ਤੁਹਾਨੂੰ ਪੇਪਰ 'ਤੇ ਨਾ 4 ਫੈਕਟਰ ਪਾ ਕੇ ਪੁੱਛ ਲਏਗਾ, ਇਹਦੇ 'ਚ ਬਾਇਓਟਿਕ ਫੈਕਟਰ ਦੱਸੋ ਜਾਂ ਅਬਾਇਓਟਿਕ ਫੈਕਟਰ ਦੱਸੋ, ਠੀਕ ਹੈ। ਇਹ ਤੁਹਾਨੂੰ ਪੁੱਛ ਸਕਦਾ ਪੇਪਰ ਦੇ ਵਿੱਚ। ਈਕੋਸਿਸਟਮ ਕਿਹੜੇ ਫੈਕਟਰ ਨੂੰ ਇਫੈਕਟ ਕਰਦੇ ਨੇ? ਅਬਾਇਓਟਿਕ ਫੈਕਟਰ ਇਫੈਕਟ ਕਰਦੇ ਨੇ। ਇਸ ਤਰ੍ਹਾਂ ਕੁਐਸਚਨ ਪੁੱਛ ਸਕਦਾ ਤੁਹਾਨੂੰ ਪੇਪਰ ਦੇ ਵਿੱਚ। ਬਿਲਕੁਲ ਬੇਸਿਕ ਆਊਗਾ, ਬਹੁਤੇ ਜ਼ਿਆਦਾ ਹਾਈਫਾਈ ਜਾਣ ਦੀ ਲੋੜ ਨਹੀਂ। ਬੇਸਿਕ ਟਰਮਨੋਲੋਜੀ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਆਪਾਂ ਉਹਦੇ ਪਿੱਛੇ ਉਹ ਪੜ੍ਹੀਏ, ਸਾਨੂੰ ਵੀ ਜਿਹੜਾ ਬਹੁਤ ਹਾਈ ਲੈਵਲ 'ਤੇ ਪੜ੍ਹਨ ਦੀ ਲੋੜ ਨਹੀਂ। ਬੇਸਿਕ ਟਰਮਨੋਲੋਜੀ ਇੱਥੇ ਪੇਪਰ 'ਚ ਆਉਣੀ ਹੈ, ਤੁਹਾਨੂੰ ਬੇਸਿਕ ਕਲੀਅਰ ਹੋਣਾ ਜ਼ਰੂਰੀ ਹੈ ਤੁਹਾਡਾ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਹੁਣ ਜੀਵ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਇੱਥੇ ਹਰਬੀਵੋਰਸ ਹੈ, ਕਾਰਨੀਵੋਰਸ ਹੈ, ਠੀਕ ਹੈ। ਇਹ ਆਪਾਂ ਸਾਰੇ ਪੜ੍ਹਦੇ ਹੁੰਦੇ ਹਾਂ। ਅਤੇ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਹਰਬੀਵੋਰਸ ਕਿਹਨੂੰ ਕਹਿੰਦੇ ਆ। ਦੇਖੋ, ਸਾਡੇ ਕੋਲ ਡਿਫਰੈਂਟ ਤਰ੍ਹਾਂ ਦੇ ਜੀਵ ਹੈਗੇ ਨੇ ਇਸ ਧਰਤੀ ਦੇ ਉੱਪਰ, ਅਤੇ ਇਸ ਧਰਤੀ ਦੇ ਵਿੱਚ ਉਹਨੂੰ ਆਪਾਂ ਇਨਵਾਇਰਨਮੈਂਟ ਦੇ ਹਿਸਾਬ ਨਾਲ ਨਾ ਕੈਟੇਗਰਾਈਜ਼ ਕੀਤਾ ਹੈ, ਵਰਗੀਕਰਨ ਕੀਤਾ ਹੋਇਆ। ਇਹਦੇ ਵਿੱਚ ਕਿਹੜਾ ਹੋ ਗਿਆ, ਜਿਵੇਂ ਹਰਬੀਵੋਰਸ ਹੈ, ਓਮਨੀਵੋਰਸ ਹੋ ਗਿਆ, ਕਾਰਨੀਵੋਰਸ। ਇਹਨੂੰ ਪੁੱਛ ਲਏਗਾ ਡੈਫੀਨੇਸ਼ਨ ਦੇ ਵਿੱਚ ਵੀ ਦੱਸੋ ਕਿਹੜੀ ਡੈਫੀਨੇਸ਼ਨ ਕਿਹਦੇ ਨਾਲ ਮੈਚ ਕਰਦੀ ਹੈ। ਤਾਂ ਸਿੰਪਲ ਜੀ ਡੈਫੀਨੇਸ਼ਨ ਹੈ ਜੀ, ਉਹਨੂੰ ਸੁਣ ਕੇ ਦੇਖੋ ਧਿਆਨ ਨਾਲ। ਹਰਬੀਵੋਰਸ ਕਹਿੰਦੇ ਨੇ ਜਿਹੜੇ ਉਹ ਜੀਵ ਜਿਹੜੇ ਕਿ ਆਪਣੀ ਖਾਣੇ ਵਾਸਤੇ ਕਿ ਪਲਾਂਟ ਦੇ ਉੱਪਰ ਡਿਪੈਂਡ ਨੇ। ਪਲਾਂਟ, ਠੀਕ ਹੈ, ਡਿਪੈਂਡ ਕਿਹਦੇ ਉੱਪਰ ਕਰਦੇ ਨੇ? ਪੇੜ ਪੌਦਿਆਂ ਦੇ ਉੱਪਰ, ਠੀਕ ਹੈ, ਕਿਉਂਕਿ ਉਹਨਾਂ ਨੂੰ ਐਨਰਜੀ ਚਾਹੀਦੀ ਹੈ, ਅਤੇ ਪੇੜ ਪੌਦੇ ਸਾਨੂੰ ਕੀ ਦਿੰਦੇ ਨੇ? ਐਨਰਜੀ ਦਿੰਦੇ ਨੇ। ਤਾਂ ਇਸ ਨੂੰ ਆਪਾਂ ਕੀ ਕਹਿੰਦੇ? ਹਰਬੀਵੋਰਸ।
देखो हरबीवोरस ਦੇ ਵਿੱਚ ਆਪਾਂ याद ਕਰਨ ਦਾ ਤਰੀਕਾ ਇਹ ਕਿ ਇਹਦੇ ਵਿੱਚ ਐਚ ਲੱਗਿਆ ਤੇ ਐਚ ਦਾ ਮਤਲਬ ਵੀ ਹਰੀ ਚੀਜ਼ਾਂ ਤੇ ਉੱਪਰ ਡਿਪੈਂਡ ਰਹਿਣਾ। ਠੀਕ ਹੈ, ਹਰੀ ਚੀਜ਼ਾਂ ਤੇ ਡਿਪੈਂਡ ਕਿਹੜੇ ਪੇੜ ਪੌਦੇ ਆ। ਇਹਨਾਂ ਨੂੰ ਆਪਾਂ ਪ੍ਰਾਇਮਰੀ ਕੰਜ਼ਿਊਮਰ, ਦੇਖੋ ਹਰ ਇੱਕ ਇਨਸਾਨ ਇਸ ਧਰਤੀ 'ਤੇ ਜਿਹੜਾ ਪੈਦਾ ਹੋਇਆ ਜਾਂ ਕੋਈ ਵੀ ਜੀਵ ਹੈ ਉਹ ਕੋਈ ਨਾ ਕੋਈ ਚੀਜ਼ ਨੂੰ ਕੰਜ਼ਿਊਮ ਜ਼ਰੂਰ ਕਰਦਾ ਹੈ। ਜਿਵੇਂ ਆਪਾਂ ਵੀ ਕੋਈ ਚੀਜ਼ ਘਰੋਂ ਸਮਾਨ ਦੁਕਾਨ 'ਤੇ ਲੈਣ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਕੋਈ ਚੀਜ਼ ਖਰੀਦ ਕੇ ਲੈ ਕੇ ਆਉਂਦੇ ਹਾਂ ਤਾਂ ਕਿ ਉਹਨੂੰ ਆਪਾਂ ਕੰਜ਼ਿਊਮ ਕਰੀਏ। ਇਸੇ ਤਰ੍ਹਾਂ ਇਸ ਧਰਤੀ ਦੇ ਉੱਪਰ ਵੀ ਸੇਮ ਐਵੇਂ ਹੈ ਕਿ ਹਰ ਇੱਕ ਜੀਵ ਕੁਛ ਨਾ ਕੁਛ ਚੀਜ਼ ਤਾਂ ਜ਼ਰੂਰ ਕੰਜ਼ਿਊਮ ਕਰਦਾ ਪਿਆ। ਤਾਂ ਇੱਥੇ ਦੇਖੋ ਕਾਓ ਗੋਟ ਵਗੈਰਾ ਇਹ ਕੀ ਕਰਦੇ ਨੇ, ਇਹ ਕੀ ਕਰਦੇ ਨੇ, ਦੇਖੋ ਪੇੜ ਪੌਦੇ ਕੀ ਕਰਨਗੇ, ਸੂਰਜ ਦੀ ਰੋਸ਼ਨੀ ਦੇ ਵਿੱਚ ਕੀ ਕਰਨਗੇ, ਪਾਣੀ ਨੂੰ ਲੈ ਕੇ ਉਹ ਫੂਡ ਬਣਾਉਂਦੇ ਨੇ। ਉਹੀ ਜਿਹੜਾ ਫੂਡ ਹੈ ਉਹ ਆਪਣੇ ਹਰਬੀਵੋਰਸ ਜਿਹੜੇ ਨੇ ਪੇੜ ਪੌਦਿਆਂ ਦੇ ਉੱਪਰ ਡਿਪੈਂਡ ਨੇ। ਉਹ ਕੌਣ ਨੇ, ਜਿਹੜੇ ਘਾਹ ਖਾਣ ਵਾਲੇ ਵਿਚਾਰੇ ਜੀਵ ਨੇ। ਠੀਕ ਹੈ, ਉਹ ਉਹਦੇ ਵਿੱਚ ਕੌਣ ਆ ਗਿਆ, ਗਾਂ ਆ ਗਈ, ਗੋਟ ਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੇ ਇਹ ਆਪਣੀ ਕੀ ਹੈ ਹਰਬੀਵੋਰਸ ਦੇ ਵਿੱਚ ਆਉਂਦੀਆਂ ਨੇ। ਠੀਕ ਹੈ, ਅਤੇ ਹਰਬੀਵੋਰਸ ਜਿਹੜੇ ਛੋਟੇ ਲੈਵਲ 'ਤੇ ਜਿਹੜੇ ਜੀਵ ਨੇ ਜਿਹੜੇ ਘਾਹ ਦੇ ਉੱਪਰ ਡਿਪੈਂਡ ਨੇ, ਪੰਜਾਬੀ ਦੇ ਵਿੱਚ ਕਹਿ ਦਈਏ ਤਾਂ। ਨੈਕਸਟ ਵੇਖੋ ਕਾਰਨੀਵੋਰਸ। ਕਾਰਨੀਵੋਰਸ ਉਹ ਜੀਵ ਜਿਹੜੇ ਕਿ ਪ੍ਰਾਇਮਰੀ ਕੰਜ਼ਿਊਮਰ, ਮਤਲਬ ਜਿਹੜੇ ਘਾਹ ਖਾਣ ਵਾਲੇ ਜੀਵ ਨੇ ਉਹਨਾਂ ਦੇ ਉੱਪਰ ਡਿਪੈਂਡ ਰਹਿਣ ਵਾਲੇ ਜੀਵ। ਉਹ ਦੇਖੋ ਸੰਖਿਆ ਦੇ ਵਿੱਚ ਘੱਟ ਹੋਣਗੇ। ਜਿਹੜੇ ਜੀਵ ਘਾਹ ਖਾਂਦੇ ਨੇ ਉਹ ਸੰਖਿਆ ਦੇ ਵਿੱਚ ਜ਼ਿਆਦਾ ਹੋਣਗੇ, ਕਿਉਂਕਿ ਤੁਹਾਨੂੰ ਮੈਂ ਦੱਸਿਆ ਹਿਰਨ ਹੋ ਗਿਆ, ਇਹਨਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ। ਜਿਰਾਫ ਹੋ ਗਿਆ, ਇਹ ਚੀਜ਼ਾਂ ਜ਼ਿਆਦਾ ਨੇ ਜਿਹੜੇ ਘਾਹ ਖਾਣ ਵਾਲੇ। ਜਿਹੜੇ ਘਾਹ ਖਾਣ ਵਾਲੇ ਦੇ ਉੱਪਰ ਡਿਪੈਂਡ ਸੀ ਉਹਨਾਂ ਦੇ ਉੱਪਰ ਡਿਪੈਂਡ ਹੋਣ ਉਹਨਾਂ ਨੂੰ ਆਪਾਂ ਕਾਰਨੀਵੋਰਸ, ਮਤਲਬ ਜਿਹੜੇ ਹਰਬੀਵੋਰਸ ਦੇ ਉੱਪਰ ਵੀ ਡਿਪੈਂਡ ਨੇ। ਠੀਕ ਹੈ, ਜਾਂ ਪ੍ਰਾਇਮਰੀ ਕੰਜ਼ਿਊਮਰ ਦੇ ਉੱਪਰ ਡਿਪੈਂਡ ਨੇ ਅਤੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕਾਰਨੀਵੋਰਸ। ਠੀਕ ਹੈ, ਇਹਨਾਂ ਨੂੰ ਵੀ ਐਨਰਜੀ ਦੀ ਲੋੜ ਹੁੰਦੀ ਹੈ। ਹੁਣ ਦੇਖੋ ਜਿਵੇਂ ਸ਼ੇਰ ਹੈ, ਸ਼ੇਰ ਘਾਹ ਤਾਂ ਨਹੀਂ ਖਾ ਸਕਦਾ, ਇਹ ਤਾਂ ਉਹ ਜੀਵਾਂ ਨੂੰ ਖਾਵੇਗਾ ਜਿਹੜੇ ਪੇੜ ਪੌਦੇ ਖਾ ਰਹੇ ਨੇ। ਇਸੇ ਵਾਸਤੇ ਜਿਹੜਾ ਸ਼ੇਰ ਹੈ ਇਹ ਕਾਰਨੀਵੋਰਸ ਦੇ ਵਿੱਚ ਆ ਗਿਆ। ਫੋਕਸ ਆ ਗਿਆ। ਫੋਕਸ ਕੀ ਹੈ, ਲੋਮੜੀ ਜਿਹੜੀ ਹੁੰਦੀ ਹੈ ਉਹ ਕੀ ਕਰਦੀ ਹੈ, ਘਾਹ ਤਾਂ ਨਹੀਂ ਖਾ ਸਕਦੀ, ਪਰ ਉਹ ਐਕਚੁਅਲ ਦੇ ਵਿੱਚ ਕੀ ਹੈ, ਹਰਬੀਵੋਰਸ। ਛੋਟੇ ਜੀਵ ਜਿਵੇਂ ਆਪਣਾ ਚੂਹਾ, ਬਿੱਲੀ ਵਗੈਰਾ ਇਸ ਦੇ ਉੱਪਰ ਡਿਪੈਂਡ ਹੈਗੀ ਹੈ। ਠੀਕ ਹੈ, ਇਸ ਤਰ੍ਹਾਂ ਉਹਨਾਂ ਦੇ ਉੱਪਰ ਡਿਪੈਂਡ ਹੈ। ਤਾਂ ਇਸ ਨੂੰ ਆਪਾਂ ਕਾਰਨੀਵੋਰਸ ਕਹਿੰਦੇ ਹਾਂ। ਕਾਰਨੀਵੋਰਸ ਸਮਝ ਆ ਗਿਆ ਆਈ ਹੋਪ ਕਿ ਤੁਹਾਨੂੰ। ਉਸ ਤੋਂ ਬਾਅਦ ਨੈਕਸਟ ਆਪਾਂ ਵੇਖਦੇ ਹਾਂ ਓਮਨੀਵੋਰਸ। ਓਮਨੀਵੋਰਸ ਕੀ ਚੀਜ਼ ਹੈ ਜੀ, ਓਮਨੀਵੋਰਸ ਉਹ ਜੀਵ ਜਿਹੜੇ ਦੋਨੇ ਚੀਜ਼ਾਂ 'ਤੇ ਡਿਪੈਂਡ ਨੇ। ਉਹ ਟਾਈਮ ਪਿਆ ਤਾਂ ਉਹ ਮਾਸ ਵੀ ਖਾ ਸਕਦੇ ਆ, ਮਤਲਬ ਕਿਸੇ ਜੀਵ ਨੂੰ ਮਾਰ ਕੇ ਵੀ ਖਾ ਸਕਦੇ ਆ। ਜਦੋਂ ਟਾਈਮ ਪਊਗਾ ਤਾਂ ਉਹ ਘਾਹ ਵੀ ਖਾ ਸਕਦੇ ਆ। ਠੀਕ ਹੈ, ਉਹ ਗਰਾਸ ਵੀ ਖਾ ਸਕਦੇ ਆ। ਅਤੇ ਇਸੇ ਤਰ੍ਹਾਂ ਦੇ ਜਿਹੜੇ ਜੀਵ ਹੁੰਦੇ ਨੇ ਕਿ ਜਿਹੜੇ ਇਸ ਕੈਟੇਗਰੀ ਦੇ ਵਿੱਚ ਜੀਵ ਆਉਂਦੇ ਨੇ, ਜਿਵੇਂ ਭਾਲੂ ਹੋ ਗਿਆ, ਇਨਸਾਨ ਹੋ ਗਿਆ, ਇਹ ਕੀ ਨੇ, ਇਹ ਵਕਤ ਦੇ ਹਿਸਾਬ ਨਾਲ ਪੈਸਾ ਜ਼ਿਆਦਾ ਹੋਵੇ ਤਾਂ ਘਰੇ ਨੋਨ ਵੈਜ ਬਣਾ ਲੈਂਦੇ ਆ, ਜਦੋਂ ਪੈਸਾ ਨਾ ਹੋਵੇ ਤਾਂ ਫਿਰ ਦਾਲ ਨਾਲ ਵੀ ਰੋਟੀ ਖਾ ਲੈਂਦੇ ਆ। ਇਸ ਤਰ੍ਹਾਂ ਦੇ ਜਿਵੇਂ ਇਹਨਾਂ ਨੂੰ ਆਪਾਂ ਓਮਨੀਵੋਰਸ ਦੇ ਵਿੱਚ ਕਾਊਂਟ ਕਰਕੇ ਚੱਲਦੇ ਹਾਂ। ਓਮਨੀਵੋਰਸ ਜਿਹੜਾ ਹੈ ਵਰਡ ਆਪਾਂ ਬੜੀ ਥਾਂ 'ਤੇ ਯੂਜ਼ ਕਰਦੇ ਹਾਂ, ਅਤੇ ਇਹ ਤੁਸੀਂ ਯਾਦ ਰੱਖਣਾ ਵੀ ਓਮਨੀਵੋਰਸ ਕਿਸ ਤਰ੍ਹਾਂ ਦਾ ਹੈ, ਜਿਹਦਾ ਦੋਨੇ ਚੀਜ਼ਾਂ 'ਤੇ ਡਿਪੈਂਡ ਕਰਦਾ। ਆਈ ਹੋਪ ਕਿ ਤੁਹਾਨੂੰ ਇਹ ਡੈਫੀਨੇਸ਼ਨਾਂ ਮੈਂ ਕਲੀਅਰ ਕਰਤੀਆਂ। ਅਤੇ ਆਪਾਂ ਕੀ ਪੜ੍ਹਿਆ ਅੱਜ, ਧਿਆਨ ਨਾਲ ਦੇਖੋ। ਈਕੋਸਿਸਟਮ ਪੜ੍ਹਿਆ। ਈਕੋਸਿਸਟਮ ਦੇ ਵਿੱਚ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਫੈਕਟਰ ਦੱਸੇ ਨੇ ਜਿਹੜੇ ਇਫੈਕਟ ਕਰਦੇ ਨੇ ਈਕੋਸਿਸਟਮ ਨੂੰ। ਉਸ ਤੋਂ ਬਾਅਦ ਕੀ ਹੁੰਦਾ ਜੀ, ਹਰਬੀਵੋਰਸ ਬਾਰੇ ਪੜ੍ਹਿਆ ਆਪਾਂ, ਕਾਰਨੀਵੋਰਸ ਬਾਰੇ ਪੜ੍ਹਿਆ ਅਤੇ ਓਮਨੀਵੋਰਸ ਦੇ ਬਾਰੇ ਪੜ੍ਹਿਆ। ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਬਹੁਤ ਹੈ ਜੀ। ਨੈਕਸਟ, ਕਿਉਂਕਿ ਲੈਕਚਰ ਆਪਾਂ ਛੋਟੇ ਬਣਾ ਰਹੇ ਤਾਂ ਕਿ ਆਪਾਂ 10 ਮਿੰਟ ਦੇ ਵਿੱਚ ਕਦੋਂ ਆਪਾਂ ਫ੍ਰੀ ਹੁੰਦੇ ਨਾ ਆਪਾਂ ਵੇਖ ਸਕਦੇ ਹਾਂ ਛੋਟੀ ਵੀਡੀਓ। ਬਹੁਤੀ ਵੱਡੀ ਵੀਡੀਓ ਜਿਹੜੀ ਹੈ ਉਹ ਨਹੀਂ ਵੇਖੀ ਜਾਂਦੀ। ਤਾਂ ਇਸ ਨੂੰ ਇੰਨਾ ਹੀ ਬਹੁਤ ਹੈ ਅੱਜ ਵਾਸਤੇ ਜੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਅੱਗੇ ਹੋਰ ਇਲੈਬੋਰੇਟ ਕਰਕੇ ਹੋਰ ਸਟੱਡੀ ਕਰਾਂਗੇ। ਪਲੀਜ਼ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਥੈਂਕ ਯੂ ਫॉर ਵਾਚਿੰਗ। ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਜੀ।